ਸਤਿ ਸ਼੍ਰੀ ਅਕਾਲ। ਮੈਂ ਗੁਰਪ੍ਰੀਤ ਸਿੰਘ, ਸਾਈਕੈਟ੍ਰਿਕ ਸੋਸ਼ਲ ਵਰਕਰ, ਪੁਸ਼ਪਾਂਜਲੀ ਟਰਸਟ ਚੰਡੀਗੜ੍ਹ ਦੇ ਨਾਲ ਕੰਮ ਕਰਦਾ। ਜਿਸ ਤਰ੍ਹਾਂ ਆਪਾਂ ਪਿਛਲੀ ਵਾਰ ਬਾਈਪੋਲਰ ਡਿਸਆਰਡਰ ਉੱਪਰ ਗੱਲ ਕੀਤੀ ਸੀ, ਇਸ ਵਾਰ ਅਸੀਂ ਗੱਲ ਕਰਾਂਗੇ ਸਕਿਜ਼ੋਫਰੇਨੀਆ 'ਤੇ। ਸਕਿਜ਼ੋਫਰੇਨੀਆ ਇੱਕ ਗੰਭੀਰ ਮਾਨਸਿਕ ਰੋਗ ਆ, ਸੀਵੀਅਰ ਕੈਟਾਗਰੀ ਦੇ ਵਿੱਚ ਆਉਂਦਾ, ਅਤੇ ਇਸ ਬਿਮਾਰੀ ਦੇ ਬਾਰੇ ਅਸੀਂ ਆਸਾਨ ਸ਼ਬਦਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਸਥਿਤੀ ਦੇ ਵਿੱਚ ਅਸੀਂ ਇਸ ਰੋਗ ਦੀ ਪਛਾਣ ਕਰ ਸਕਦੇ ਹਾਂ, ਕੀ ਇਹਦੇ ਲੱਛਣ ਨੇਗੇ ਅਤੇ ਕਿਸ ਤਰ੍ਹਾਂ ਇਹਦਾ ਟਰੀਟਮੈਂਟ ਹੁੰਦਾ। ਇਹਦੇ ਕੁਝ ਕਾਰਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਬਹੁਤ ਹੀ ਸਧਾਰਨ ਗੱਲਬਾਤ ਹੋਏਗੀ, ਕੁਝ ਵੀ ਟੈਕਨੀਕਲ ਨਹੀਂ ਹੋਏਗਾ। ਸਕਿਜ਼ੋਫਰੇਨੀਆ ਅਸਲ ਦੇ ਵਿੱਚ ਹੈ ਕੀ? ਸਕਿਜ਼ੋਫਰੇਨੀਆ ਬਿਮਾਰੀ ਦੇ ਵਿੱਚ ਵੱਡੇ ਪੱਧਰ 'ਤੇ ਇੱਕ ਮਨੁੱਖ ਦੀ ਸੋਚਣ ਸ਼ਕਤੀ, ਗਿਆਨ ਇੰਦਰੀਆਂ, ਇਹਦੇ ਤੋਂ ਇਲਾਵਾ ਬਿਹੇਵੀਅਰ ਜਿਹੜਾ ਵਿਵਹਾਰ ਹੈ, ਉਹਦੇ 'ਚ ਵੱਡੇ ਪੱਧਰ 'ਤੇ ਡਿਸਟਰਬੈਂਸ ਦੇਖਣ ਨੂੰ ਮਿਲਦੀ ਹੈ। ਸਕਿਜ਼ੋਫਰੇਨੀਆ ਤੋਂ ਪੀੜਤ ਵਿਅਕਤੀ ਨੂੰ ਉਹ ਅਜਿਹੀਆਂ ਚੀਜ਼ਾਂ ਦਿਖਦੀਆਂ ਜਾਂ ਸੁਣਾਈ ਦਿੰਦੀਆਂ ਨੇ ਜੋ ਅਸਲ ਦੇ ਵਿੱਚ ਮੌਜੂਦ ਨਹੀਂ ਹੁੰਦੀਆਂ। ਜਿਸ ਤਰ੍ਹਾਂ ਆਪਾਂ ਉਦਾਹਰਨ ਦੇ ਸਕਦੇ ਹਾਂ, ਕਿਸੇ ਵਿਅਕਤੀ ਨੂੰ ਲੱਗਦਾ ਕਿ ਉਹਨੂੰ ਕੋਈ ਵਿਅਕਤੀ ਦਿਖ ਰਿਹਾ ਜੋ ਕਿ ਅਸਲ ਦੇ ਵਿੱਚ ਨਹੀਂ ਹੁੰਦਾ। ਇਸੇ ਤਰ੍ਹਾਂ ਉਹਨੂੰ ਕੁਝ ਆਵਾਜ਼ਾਂ ਸੁਣਾਈ ਦਿੰਦੀਆਂ ਨੇ, ਉਹ ਆਵਾਜ਼ਾਂ ਕਈ ਵਾਰ ਉਹਨੂੰ ਕਹਿੰਦੀਆਂ ਨੇ ਕਿ ਤੂੰ ਇਸ ਤਰ੍ਹਾਂ ਕਰ। ਅਜਿਹੀਆਂ ਚੀਜ਼ਾਂ ਅਕਸਰ ਆਪਾਂ ਆਪਣੇ ਸਮਾਜ ਦੇ ਵਿੱਚ ਆਸ-ਪਾਸ ਕਿਤੇ ਨਾ ਕਿਤੇ ਲੋਕਾਂ 'ਚ ਅਜਿਹੇ ਲੱਛਣ ਦੇਖਦੇ ਹਾਂ। ਜ਼ਿਆਦਾਤਰ ਲੋਕ ਇਸ ਸਥਿਤੀ ਦੇ ਵਿੱਚ ਆਮ ਭਾਸ਼ਾ ਦੇ ਵਿੱਚ ਕਿਸੇ ਨੂੰ ਪਾਗਲ ਕਹਿ ਦਿੰਦੇ ਆ, ਸਨਕੀ ਕਹਿ ਦਿੰਦੇ ਹੈਗੇ, ਪਰ ਵਿਅਕਤੀ ਹੋ ਸਕਦਾ ਕਿ ਸਕਿਜ਼ੋਫਰੇਨੀਆ ਨਾਂ ਦੀ ਬਿਮਾਰੀ ਤੋਂ ਪੀੜਤ ਹੋਵੇ। ਸਕਿਜ਼ੋਫਰੇਨੀਆ ਦੇ ਜਿਹੜੇ ਸਿੰਪਟਮਸ ਨੇ ਉਹ ਬਹੁਤ ਵਾਈਡ ਨੇ, ਲੱਛਣ ਸਿਰਫ ਇੰਨੇ ਕੁ ਨਹੀਂ ਹੈਗੇ। ਇਹਦੇ ਤੋਂ ਇਲਾਵਾ ਹੋਰ ਵੀ ਕਾਫੀ ਚੀਜ਼ਾਂ ਨੇ। ਜਿਸ ਤਰ੍ਹਾਂ ਸਕਿਜ਼ੋਫਰੇਨੀਆ ਦੇ ਵਿੱਚ ਹੈਲੂਸੀਨੇਸ਼ਨਸ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ, ਜਿਸ ਤਰ੍ਹਾਂ ਦਿਖਾਈ ਦਿੰਦਾ ਨਾ ਕੁਝ, ਇਸੇ ਤਰ੍ਹਾਂ ਡਿਲਿਊਜ਼ਨਸ ਵੀ ਹੁੰਦੇ ਹੈਗੇ, ਜਿਹਨੂੰ ਆਪਾਂ ਵਹਿਮ ਭਰਮ ਕਹਿ ਲੈਂਦੇ ਹਾਂ। ਵਹਿਮ ਭਰਮ ਦੇ ਵਿੱਚ ਕੀ ਹੁੰਦਾ, ਸਕਿਜ਼ੋਫਰੇਨੀਆ ਤੋਂ ਪੀੜਤ ਵਿਅਕਤੀ ਨੂੰ ਲੱਗਦਾ ਗਾ ਕਿ ਉਹਦੇ ਨਾਲ ਕੋਈ ਬਹੁਤ ਵੱਡੀ ਸਾਜ਼ਿਸ਼ ਕਰ ਰਿਹਾ, ਕੋਈ ਪਰਿਵਾਰ ਹੈ ਜਾਂ ਕੋਈ ਹੋਰ ਸਮਾਜ ਦੇ ਵਿੱਚ ਆ, ਕੋਈ ਉਹਦਾ ਪਿੱਛਾ ਕਰ ਰਿਹਾ, ਕੋਈ ਉਹਨੂੰ ਮਾਰਨਾ ਚਾਹੁੰਦਾ ਗਾ। ਉਹਨੂੰ ਲੱਗਦਾ ਕੈਮਰਿਆਂ ਦੇ ਵਿੱਚ ਉਹਨੂੰ ਕੋਈ ਦੇਖਿਆ ਜਾ ਰਿਹਾ। ਅਸਲ ਦੇ ਵਿੱਚ ਇੱਦਾਂ ਦਾ ਨਹੀਂ ਹੁੰਦਾ, ਬਿਮਾਰੀ ਦੇ ਕਾਰਨ ਹੁੰਦਾ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਇਹਦੇ ਤੋਂ ਇਲਾਵਾ ਹੋਰ ਬਹੁਤ ਸਾਰੇ ਲੱਛਣ ਨੇ, ਜਿੱਦਾਂ ਬਿਹੇਵੀਅਰ ਬਹੁਤ ਹੀ ਅਜੀਬ ਹੋ ਜਾਂਦਾ ਗਾ, ਸੋਸ਼ਲੀ ਐਕਸੈਪਟਡ ਨਹੀਂ ਹੁੰਦਾ ਉਹ ਬਿਹੇਵੀਅਰ। ਗੁੱਸਾ ਕਰਨਾ, ਕਈ ਵਾਰ ਵਾਇਲੈਂਟ ਵੀ ਹੋ ਜਾਂਦਾ ਇਨਸਾਨ। ਇਹਦੇ ਤੋਂ ਇਲਾਵਾ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ, ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ, ਕਈ ਵਾਰ ਬਿਨਾਂ ਦੱਸੇ ਘਰੋਂ ਨਿਕਲ ਜਾਣਾ, ਬਹੁਤ ਬੁਰੀ ਹਾਲਤ ਦੇ ਵਿੱਚ ਤੁਹਾਨੂੰ ਸੜਕਾਂ 'ਤੇ ਕਈ ਵਾਰ ਇੱਦਾਂ ਦੇ ਲੋਕ ਮਿਲ ਸਕਦੇ ਆ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਇਹਨਾਂ ਸਿੰਪਟਮਸ ਨੂੰ ਅਸੀਂ ਪੋਜ਼ੀਟਿਵ ਸਿੰਪਟਮਸ ਕਹਿੰਦੇ ਹੈਗੇ। ਬਿਮਾਰੀ ਦੇ ਸ਼ੁਰੂ ਦੇ ਵਿੱਚ ਇਹ ਵਾਲੇ ਲੱਛਣ ਹੁੰਦੇ ਆ ਜਦੋਂ ਟ੍ਰੀਟਮੈਂਟ ਚੱਲਦਾ ਗਾ, ਐਂਟੀਸਾਈਕੋਟਿਕ ਦਵਾਈਆਂ ਦਿੱਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਜਦੋਂ ਇਹ ਸਿੰਪਟਮਸ ਰਿਜ਼ੋਲਵ ਹੋ ਜਾਂਦੇ ਆ, ਘਟ ਜਾਂਦੇ ਆ, ਤਾਂ ਕੁਝ ਹੋਰ ਤਰ੍ਹਾਂ ਦੇ ਸਿੰਪਟਮਸ ਆ ਜਾਂਦੇ ਆ ਜਿਨ੍ਹਾਂ ਨੂੰ ਨੈਗੇਟਿਵ ਸਿੰਪਟਮਸ ਕਹਿੰਦੇ ਆ। ਉਹ ਬਿਲਕੁਲ ਅਲੱਗ ਹੁੰਦੇ ਇਹਦੇ ਤੋਂ। ਉਹਦੇ ਵਿੱਚ ਕੋਈ ਇਮੋਸ਼ਨਲ ਰਿਸਪੌਂਸ ਨਹੀਂ ਦਿਖਦਾ ਆਪਾਂ ਨੂੰ ਇਨਸਾਨ ਦੇ ਵਿੱਚ, ਕੋਈ ਖੁਸ਼ੀ ਦਾ ਮੌਕਾ ਹੋਵੇ, ਗਮੀ ਦਾ ਮੌਕਾ ਹੋਵੇ। ਇਸੇ ਤਰ੍ਹਾਂ ਉਹਦੇ ਵਿੱਚ ਹੋਰ ਕਾਫੀ ਤਬਦੀਲੀਆਂ ਆਉਂਦੀਆਂ ਨੇਗੀਆਂ, ਜਿਸ ਤਰ੍ਹਾਂ ਕਿ ਇਨਸਾਨ ਇਕੱਲਾ ਬੈਠਾ ਰਹਿੰਦਾ, ਚੁੱਪ-ਚਾਪ ਰਹਿੰਦਾ, ਉਹਦੀ ਜਿਹੜੀ ਬੋਲਣ ਦੀ ਸ਼ਕਤੀ ਆ ਉਹ ਬਹੁਤ ਆਪਾਂ ਨੂੰ ਘਟੀ ਹੋਈ ਲੱਗਦੀ ਆ, ਸੋਚਣ ਸ਼ਕਤੀ ਬਹੁਤ ਘੱਟ ਜਾਂਦੀ ਆ, ਜਿਹੜੇ ਉਹਦੇ ਫੰਕਸ਼ਨਿੰਗ ਹੈਗੀ ਬੋਡੀ ਦੀ ਆ, ਮਾਈਂਡ ਦੀ ਆ, ਉਹ ਵੀ ਆਪਾਂ ਨੂੰ ਬਹੁਤ ਸਲੋ ਲੱਗਦੀ ਆ। ਇਹ ਸਾਰੇ ਨੈਗੇਟਿਵ ਸਿੰਪਟਮਸ ਹੁੰਦੇ ਹੈਗੇ, ਅਤੇ ਇਹ ਬਿਮਾਰੀ ਦੇ ਦੂਜੇ ਫੇਸ ਦੇ ਵਿੱਚ ਆ ਜਾਂਦੇ ਆ। ਇਹ ਵੀ ਉਨੇ ਹੀ ਗੰਭੀਰ ਹੁੰਦੇ ਆ ਅਤੇ ਸਾਡੀ ਲਾਈਫ ਨੂੰ ਇੰਪੈਕਟ ਕਰਦੇ ਆ ਜਿੰਨੇ ਕਿ ਪੋਜ਼ੀਟਿਵ ਸਿੰਪਟਮਸ ਇਫੈਕਟ ਕਰਦੇ ਆ। ਕੁੱਲ ਮਿਲਾ ਕੇ ਦੋਨੋਂ ਤਰ੍ਹਾਂ ਦੇ ਸਿੰਪਟਮਸ ਸਕਿਜ਼ੋਫਰੇਨੀਆ ਦੇ ਵਿੱਚ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਨੋਰਮਲ ਤੋਂ ਅਬਨੋਰਮਲ ਤੱਕ ਲੈ ਜਾਂਦੇ ਹੈਗੇ। ਅਤੇ ਸਭ ਤੋਂ ਬੁਰੀ ਗੱਲ ਹੁੰਦੀ ਹੈ ਕਿ ਸਮਾਜ ਉਹਦੇ ਨਾਲ ਬਹੁਤ ਬੁਰਾ ਬਿਹੇਵ ਕਰਦਾ। ਉਹਨੂੰ ਲੱਗਦਾ ਇਹ ਸਾਡੇ ਲਈ ਖਤਰੇ ਭਰਿਆ ਗਾ, ਇਹ ਪਾਗਲ ਹੋ ਚੁੱਕਿਆ। ਇਸ ਕਰਕੇ ਕਈ ਵਾਰ ਟ੍ਰੀਟਮੈਂਟ ਨਹੀਂ ਕਰਾਇਆ ਜਾਂਦਾ, ਅਤੇ ਅਕਸਰ ਸਮਾਜ 'ਚ ਸੋਚਿਆ ਜਾਂਦਾ, ਕਿਉਂਕਿ ਪਤਾ ਨਹੀਂ ਹੁੰਦਾ, ਐਜੂਕੇਸ਼ਨ ਨਹੀਂ ਹੈ, ਕਿ ਇਹਦੇ ਪਿੱਛੇ ਕਿਸੇ ਨੇ ਜਾਦੂ ਟੂਣਾ ਕਰਤਾ, ਕੋਈ ਕਾਲੇ ਇਲਮ ਦਾ ਸ਼ਿਕਾਰ ਹੈ, ਜਦ ਕਿ ਅਜਿਹਾ ਕੁਛ ਨਹੀਂ ਹੁੰਦਾ। ਆਪਾਂ ਅੱਗੇ ਕਾਰਨਾਂ ਦੇ ਵਿੱਚ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਭ ਚੀਜ਼ਾਂ ਕਿਉਂ ਹੁੰਦੀਆਂ। ਸਕਿਜ਼ੋਫਰੇਨੀਆ ਕਿਉਂ ਹੁੰਦਾ? ਇਹਦੇ ਕੋਈ ਇੱਕ ਕਾਰਨ ਨਹੀਂ, ਬਹੁਤ ਸਾਰੇ ਕਾਰਨ ਨੇ, ਅਤੇ ਮੁੱਖ ਰੂਪ 'ਚ ਜਿਹੜੇ ਕਾਰਨ ਨੇ ਉਹ ਮੰਨਿਆ ਜਾਂਦਾ ਕਿ ਜੈਨੇਟਿਕਸ ਕਰਕੇ, ਐਨਵਾਇਰਮੈਂਟਲ ਫੈਕਟਰਸ ਕਰਕੇ,
ਇਹਦੇ ਤੋਂ ਇਲਾਵਾ ਸਾਈਕੋਲੋਜੀਕਲ ਫੈਕਟਰਸ ਕਰਕੇ ਸਕਿਜ਼ੋਫਰੇਨੀਆ ਹੋ ਸਕਦਾ ਹੈਗਾ। ਜਿਸ ਤਰ੍ਹਾਂ ਕਿ ਪੀੜ੍ਹੀ ਦਰ ਪੀੜ੍ਹੀ ਕੁਛ ਜੀਨਸ ਅੱਗੇ ਚੱਲਦੇ ਆ, ਅਗਰ ਕਿਸੇ ਫੈਮਿਲੀ ਦੇ ਵਿੱਚ ਕਿਸੇ ਨੂੰ ਸਕਿਜ਼ੋਫਰੇਨੀਆ ਹੋਏ ਤਾਂ ਹੋ ਸਕਦਾ ਹੈ ਕਿ ਜੀਨਸ ਅੱਗੇ ਬੱਚਿਆਂ ਦੇ ਵਿੱਚ ਵੀ ਜਾਣ ਤੇ ਉਹਨਾਂ ਨੂੰ ਵੀ ਰਿਸਕ ਹੋ ਸਕਦਾ ਹੈਗਾ। ਪਰ ਇਹ ਕੋਈ ਪੱਕੀ ਸ਼ੋਰਿਟੀ ਨਹੀਂ ਹੈ ਕਿ ਜ਼ਰੂਰ ਸਕਿਜ਼ੋਫਰੇਨੀਆ ਹੋਏਗਾ। ਇਸੇ ਤਰ੍ਹਾਂ ਜੇਕਰ ਕਿਸੇ ਨੇ ਬਚਪਨ ਦੇ ਵਿੱਚ ਕੋਈ ਵੱਡਾ ਟਰੋਮਾ ਫੇਸ ਕੀਤਾ, ਉਹਦੇ ਨਾਲ ਕੁਝ ਬੁਰਾ ਹੋਇਆ, ਕੋਈ ਅਬਿਊਜ਼ ਹੋਇਆ, ਵਾਇਲੈਂਸ ਹੋਈ ਹੈਗੀ, ਉਹਦੇ ਕਰਕੇ ਵੀ ਉਹਦਾ ਇੰਪੈਕਟ ਹੋ ਸਕਦਾ। ਤੇ ਸਕਿਜ਼ੋਫਰੇਨੀਆ ਜਿਹੜਾ ਜ਼ਿਆਦਾਤਰ ਇਹ ਲੇਟ ਜਿਹੜਾ 20s ਦੇ ਵਿੱਚ ਵੀ ਹੁੰਦਾ ਗਾ, ਟੀਨ ਏਜ ਦੇ ਵਿੱਚ ਵੀ ਹੁੰਦਾ ਗਾ, ਮੈਕਸਿਮਮ ਮੰਨਿਆ ਜਾਂਦਾ ਕਿ ਅਰਲੀ 30s ਤੱਕ ਸਕਿਜ਼ੋਫਰੇਨੀਆ ਦੇਖਣ ਨੂੰ ਮਿਲਦਾ ਹੈਗਾ। ਇਹਦੇ ਤੋਂ ਇਲਾਵਾ ਹੋਰ ਕੁਝ ਕਾਰਨ ਨੇਗੇ, ਕੋਈ ਕਿਸੇ ਕਿਸਮ ਦਾ ਅਗਰ ਕੋਈ ਸਟ੍ਰੈਸ ਨਹੀਂ ਹੈਂਡਲ ਕਰ ਸਕਦਾ, ਉਹ ਰੀਜ਼ਨਸ ਹੋ ਸਕਦੇ ਹੈਗੇ। ਕੋਈ ਨਸ਼ਾ ਲੈਂਦਾ ਜ਼ਿਆਦਾ, ਨਸ਼ੇ ਕਰਕੇ ਵੀ ਜਿਹੜਾ ਦਿਮਾਗ ਦੇ ਵਿੱਚ ਸਾਡੇ ਮੰਨਿਆ ਜਾਂਦਾ ਕਿ ਕੈਮੀਕਲਸ ਦਾ ਜਿਹੜਾ ਹੈਗਾ ਇੰਬੈਲੈਂਸ ਹੁੰਦਾ ਗਾ, ਇਕੱਲੇ ਨਸ਼ੇ ਕਰਕੇ ਨਹੀਂ, ਵੈਸੇ ਵੀ ਮੰਨਿਆ ਜਾਂਦਾ ਕਿ ਇੰਬੈਲੈਂਸ ਕਰਕੇ ਸਕਿਜ਼ੋਫਰੇਨੀਆ ਹੁੰਦਾ ਤੇ ਨਸ਼ਾ ਉਹਦੇ ਵਿੱਚ ਕੰਟਰੀਬਿਊਟ ਕਰ ਸਕਦਾ। ਤਾਂ ਇਹ ਕਾਫੀ ਸਾਰੇ ਕਾਰਨ ਨੇਗੇ ਜਿਹੜੇ ਇੰਪੋਰਟੈਂਟ ਨੇਗੇ, ਜਿਨ੍ਹਾਂ ਨੂੰ ਮੰਨਿਆ ਜਾਂਦਾ ਕਿ ਇਹਨਾਂ ਕਰਕੇ ਸਕਿਜ਼ੋਫਰੇਨੀਆ ਹੋ ਸਕਦਾ ਗਾ। ਜਿੱਥੋਂ ਤੱਕ ਟ੍ਰੀਟਮੈਂਟ ਦੀ ਗੱਲ ਹੈਗੀ, ਟ੍ਰੀਟਮੈਂਟ ਦੇ ਵਿੱਚ ਇੱਕ ਤੇ ਐਂਟੀਸਾਈਕੋਟਿਕ ਦਵਾਈਆਂ ਨੇਗੀਆਂ। ਦਵਾਈਆਂ ਦਾ ਰੋਲ ਹੁੰਦਾ ਗਾ ਜਿਹੜਾ ਡੋਪਾਮਾਈਨ ਦਾ ਤੇ ਸੀਰੋਟੋਨਿਨ ਦਾ ਜਿਹੜਾ ਜ਼ਿਆਦਾ ਜਾਂ ਘੱਟ ਰਿਸਾਵ ਹੋ ਰਿਹਾ ਹੁੰਦਾ ਗਾ ਸਾਡੇ ਬ੍ਰੇਨ ਦੇ ਵਿੱਚ, ਉਹਨੂੰ ਠੀਕ ਕਰਨਾ। ਇਹਦੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ, ਜਿੱਦਾਂ ਆਪਾਂ ਜਿਹੜੇ ਲੱਛਣਾਂ ਦੀ ਗੱਲਬਾਤ ਕੀਤੀ ਹੈਗੀ, ਉਹ ਇਕੱਲੇ ਸਿਰਫ ਤੇ ਸਿਰਫ ਦਵਾਈਆਂ ਨਾਲ ਨਹੀਂ ਠੀਕ ਹੁੰਦੇ। ਦਵਾਈਆਂ ਦਾ ਮੇਜਰ ਰੋਲ ਆ, ਪਰ ਉਹਦੇ ਤੋਂ ਇਲਾਵਾ ਬਹੁਤ ਤਰ੍ਹਾਂ ਦੀਆਂ ਥੈਰੇਪੀਜ਼ ਨੇਗੀਆਂ, ਜਿਹਦੇ ਵਿੱਚ ਕੋਗਨੀਟਿਵ ਬਿਹੇਵੀਅਰਲ ਥੈਰੇਪੀ ਆ, ਬਿਹੇਵੀਅਰਲ ਥੈਰੇਪੀਜ਼ ਨੇ, ਫੈਮਿਲੀ ਥੈਰੇਪੀ ਆ, ਸਾਈਕੋ ਐਜੂਕੇਸ਼ਨ ਆ, ਬਹੁਤ ਵਾਸਟ ਕਿਸਮ ਦੀਆਂ ਥੈਰੇਪੀਜ਼ ਨੇ, ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈਗੀ। ਇਹਦੇ ਤੋਂ ਇਲਾਵਾ ਇੱਕ ਹੋਰ ਮੇਜਰ ਪਾਰਟ ਆ ਜਿਹਨੂੰ ਆਪਾਂ ਰੀਹੈਬਿਲਿਟੇਸ਼ਨ ਕਹਿੰਦੇ ਆ। ਰੀਹੈਬਿਲਿਟੇਸ਼ਨ ਦਾ ਮਕਸਦ ਹੁੰਦਾ ਗਾ ਦੁਬਾਰਾ ਤੋਂ ਨਾਰਮਲ ਉਸੇ ਤਰ੍ਹਾਂ ਦੀ ਪਹਿਲਾਂ ਵਰਗੀ ਜ਼ਿੰਦਗੀ ਦੇ ਵਿੱਚ ਲੈ ਕੇ ਜਾਣ ਲਈ ਉਸ ਵਿਅਕਤੀ ਦੀ ਹੈਲਪ ਕਰਨੀ, ਉਹਨੂੰ ਉਸ ਲਾਇਕ ਬਣਾਉਣਾ ਕਿ ਉਹ ਦੁਬਾਰਾ ਤੋਂ ਆਪਣਾ ਜੀਵਨ ਵਧੀਆ ਤਰੀਕੇ ਨਾਲ ਇੰਡੀਪੈਂਡੈਂਟਲੀ ਜਿਉ ਸਕੇ। ਰੀਹੈਬਿਲਿਟੇਸ਼ਨ ਦੇ ਵਿੱਚ ਜ਼ਿਆਦਾ ਫੋਕਸ ਸਾਈਕੋ ਸੋਸ਼ਲ ਫੈਕਟਰਸ 'ਤੇ ਕੀਤਾ ਜਾਂਦਾ। ਇਸ ਲਈ ਜਿਹੜਾ ਗਾ ਸਾਈਕੋ ਸੋਸ਼ਲ ਇੰਟਰਵੈਂਸ਼ਨਸ, ਜਿਹਦੇ ਵਿੱਚ ਸਾਈਕੋਲੋਜੀਕਲ ਤੇ ਨਾਲ ਸੋਸ਼ਲ ਇਸ਼ੂਜ਼ 'ਤੇ ਡਿਪੈਂਡ ਕਰਦੀਆਂ ਜਿਹੜੀਆਂ ਚੀਜ਼ਾਂ ਨੇ, ਉਹਨਾਂ 'ਤੇ ਕੰਮ ਕੀਤਾ ਜਾਂਦਾ ਗਾ। ਹਰ ਵਿਅਕਤੀ ਦੀ ਅਲੱਗ-ਅਲੱਗ ਇਹਦੇ ਵਿੱਚ ਦਿੱਕਤਾਂ ਹੋ ਸਕਦੀਆਂ ਨੇ। ਸਕਿਜ਼ੋਫਰੇਨੀਆ ਦੇ ਵਿੱਚ ਉਹਨਾਂ ਦੀ ਠੀਕ ਹੋਣ ਦੀ ਜਿਹੜੀ ਦਰ ਹੈਗੀ ਉਹ ਵੀ ਅਲੱਗ-ਅਲੱਗ ਹੋ ਸਕਦੀ ਹੈਗੀ। ਤਾਂ ਸਾਰੇ ਫੈਕਟਰਸ ਨੂੰ ਜਿਹੜਾ ਦੇਖ ਕੇ ਰੀਹੈਬਿਲਿਟੇਸ਼ਨ ਪਲਾਨ ਬਣਾਇਆ ਜਾਂਦਾ ਗਾ ਤੇ ਉਹਦੇ ਅਕੋਰਡਿੰਗਲੀ ਜਿਹੜਾ ਕੰਮ ਕੀਤਾ ਜਾਂਦਾ ਰੀਹੈਬ ਦੇ ਵਿੱਚ। ਇਹ ਬਹੁਤ ਵਾਸਟ ਇੱਕ ਵੱਡਾ ਸਬਜੈਕਟ ਆ, ਇਹਨੂੰ ਇਸ ਛੋਟੇ ਸਮੇਂ ਦੇ ਵਿੱਚ ਆਪਾਂ ਨਹੀਂ ਪੂਰਾ ਕਰ ਸਕਦੇ। ਇਹਦੇ 'ਤੇ ਅਲੱਗ ਤੋਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਰੀਹੈਬ ਦੇ ਵਿੱਚ ਹੋਰ ਚੀਜ਼ਾਂ ਨੇ ਜਿਹੜੀਆਂ ਸਾਡੇ ਹੈਲਥ ਸਿਸਟਮ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਸਟਰਕਚਰ ਦੇ ਵਿੱਚ, ਜਿੱਦਾਂ ਹਾਫਵੇ ਹੋਮ, ਗਰੁੱਪ ਹੋਮ, ਡੇ ਕੇਅਰ ਐਂਡ ਵੋਕੇਸ਼ਨਲ ਸੈਂਟਰ। ਹਾਫਵੇ ਹੋਮ ਜਿੱਥੇ ਕਿ ਵਿਅਕਤੀ ਨੂੰ ਹਸਪੀਟਲ ਤੋਂ ਸਿੱਧਾ ਘਰ ਜਾਂ ਸੁਸਾਇਟੀ ਨਾ ਭੇਜਿਆ ਜਾਏ, ਉਹਨੂੰ ਉਸ ਲਾਇਕ ਬਣਾਇਆ ਜਾਏ ਕਿ ਉਹਨੇ ਉੱਥੇ ਜਾ ਕੇ ਕਿੱਦਾਂ ਰਹਿਣਾ, ਕਿਉਂਕਿ ਬਿਮਾਰੀ ਕਾਰਨ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਵਿਅਕਤੀ ਦੇ ਵਿੱਚ ਨਹੀਂ ਹੁੰਦੀਆਂ ਜਾਂ ਉਹ ਉਹਨਾਂ ਚੀਜ਼ਾਂ ਨੂੰ ਨਹੀਂ ਕਰ ਪਾਉਂਦਾ, ਉਸ ਦੇ ਲਾਇਕ ਬਣਾਇਆ ਜਾਂਦਾ ਗਾ। ਕਿਉਂਕਿ ਇਲਨੈਸ ਦੇ ਕਾਰਨ ਵਿਅਕਤੀ ਦੇ ਵਿੱਚ ਅਜਿਹੀਆਂ ਇਨਐਬਿਲਿਟੀਜ਼ ਆ ਜਾਂਦੀਆਂ ਨੇਗੀਆਂ ਕਿ ਉਹ ਆਪਣੀ ਸੋਸ਼ਲ ਲਾਈਫ ਚੰਗੀ ਤਰ੍ਹਾਂ ਨਹੀਂ ਜਿਉ ਸਕਦਾ। ਉਹ ਆਪਣੇ ਕੰਮ ਤੋਂ ਦੂਰ ਹੋ ਜਾਂਦਾ, ਆਪਣਾ ਜੇ ਪੜ੍ਹਾਈ ਕਰ ਰਿਹਾ ਉਹਦੇ ਤੋਂ ਦੂਰ ਹੋ ਜਾਂਦਾ, ਉਹਨੂੰ ਨਹੀਂ ਪਤਾ ਰਿਲੇਸ਼ਨਸ਼ਿਪਸ ਦੇ ਵਿੱਚ ਕਿੱਦਾਂ ਮੇਨਟੇਨ ਰਹਿਣਾ ਹੈਗਾ। ਉਹ ਸਾਰੀਆਂ ਚੀਜ਼ਾਂ ਨੂੰ ਡੀਲ ਕੀਤਾ ਜਾਂਦਾ ਗਾ ਤੇ ਫਿਰ ਬੈਕ ਇਨਟੂ ਸੁਸਾਇਟੀ ਜਾਂ ਫੈਮਿਲੀ ਉਹਨੂੰ ਲੈ ਕੇ ਜਾਇਆ ਜਾਂਦਾ ਗਾ। ਡੇ ਕੇਅਰ ਜਾਂ ਵੋਕੇਸ਼ਨਲ ਸੈਂਟਰਸ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਤੋਂ ਜਾਂਦੇ ਹੈਗੇ, ਉੱਥੇ ਰੀਹੈਬ ਦੇ ਜਿਹੜੇ ਗੋਲਸ ਨੇ ਉਹਨਾਂ ਨੂੰ ਪੂਰੇ ਕਰਨ ਦੇ ਲਈ ਜਿਹੜਾ ਹੈਗਾ ਉੱਥੇ ਕੰਮ ਕੀਤਾ ਜਾਂਦਾ ਹੈਗਾ। ਗਰੁੱਪ ਹੋਮ ਇੱਕ ਇਸ ਕਮਿਊਨਿਟੀ ਲਿਵਿੰਗ ਦਾ ਰਾਈਟ ਦਿੰਦਾ ਹੈਗਾ, ਜਿੱਥੇ ਜਿਨ੍ਹਾਂ ਕੋਲ ਘਰ ਨਹੀਂ ਆ, ਜਿਨ੍ਹਾਂ ਦੇ ਮਾਂ-ਬਾਪ ਦੇਖਭਾਲ ਨਹੀਂ ਕਰ ਸਕਦੇ, ਉਹਨਾਂ ਦੇ ਰਹਿਣ ਲਈ ਇੱਕ ਲੰਬੇ ਸਮੇਂ ਵਾਲਾ ਘਰ ਜਿੱਥੇ ਕਿ ਉਹ ਰਹਿ ਸਕਦੇ ਆ ਲੰਬੇ ਸਮੇਂ ਲਈ। ਸੋ ਇਹ ਸਾਰੀਆਂ ਚੀਜ਼ਾਂ ਰੀਹੈਬ ਨੂੰ ਪੂਰਾ ਕਰਦੀਆਂ ਨੇ। ਰੀਹੈਬ 'ਤੇ ਆਪਾਂ ਡਿਟੇਲ ਦੇ ਵਿੱਚ ਫਿਰ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ, ਪਰ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਸਭ ਤੋਂ ਵੱਡੀ ਗੱਲ ਆ ਕਿ ਜੇ ਆਪਾਂ ਨੂੰ ਆਸ-ਪਾਸ ਇੱਦਾਂ ਦੇ ਸਿੰਪਟਮਸ ਦੇ ਨਾਲ ਕੋਈ ਮਿਲਦਾ ਤਾਂ ਉਹਦੀ ਹੈਲਪ ਕੀਤੀ ਜਾਏ। ਸਾਡੇ ਆਸ-ਪਾਸ ਹਰ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਸਿਵਲ ਹਸਪੀਟਲ ਨੇ, ਡਿਸਟ੍ਰਿਕਟ ਹਸਪੀਟਲ ਨੇਗੇ, ਮੈਡੀਕਲ ਕਾਲਜਸ ਨੇ, ਉੱਥੇ ਸਾਈਕੈਟਰੀ ਦੇ ਡਾਕਟਰ ਹੁੰਦੇ ਆ ਜਿਨ੍ਹਾਂ ਨੂੰ ਸਾਈਕੈਟਰਿਸਟ ਕਿਹਾ ਜਾਂਦਾ ਗਾ। ਉੱਥੇ ਦਵਾਈ ਲਈ ਲੈ ਕੇ ਜਾਇਆ ਜਾਵੇ। ਅਗਰ
ਕਿਸੇ ਨੂੰ ਹਸਪਤਾਲ 'ਚ ਦਾਖਲ ਕਰਨ ਦੀ ਜ਼ਰੂਰਤ ਹੈ ਤਾਂ ਦਾਖਲ ਕੀਤਾ ਜਾ ਸਕਦਾ, ਨਹੀਂ OPD ਤੋਂ ਜਿਹੜਾ ਇਲਾਜ ਆ ਉਹ ਸ਼ੁਰੂ ਕੀਤਾ ਜਾ ਸਕਦਾ। ਤੇ ਇਲਾਜ ਸ਼ੁਰੂ ਕਰਵਾਉਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਜਾਦੂ ਟੂਣੇ ਤਵੀਤਾਂ ਤੱਕ ਰਵਾਂਗੇ ਤਾਂ ਫਿਰ ਕਾਫੀ ਦੇਰ ਹੋ ਜਾਏਗੀ ਤੇ ਜਿਹੜਾ ਵਿਅਕਤੀ ਹੈ ਉਹਨੂੰ ਟ੍ਰੀਟਮੈਂਟ ਜਿੰਨਾ ਪਛੜੇਗਾ ਉਹਦੀ ਜਿਹੜੀ ਠੀਕ ਹੋਣ ਦੀ ਦਰ ਆ ਉਨੀ ਸਲੋ ਹੁੰਦੀ ਜਾਏਗੀ। ਸੋ ਬਹੁਤ ਜ਼ਰੂਰੀ ਆ ਤੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਮਾਨਸਿਕ ਸਿਹਤ ਸੇਵਾਵਾਂ ਦੇ ਉੱਪਰ ਵੀ ਜ਼ਿਆਦਾ ਤੋਂ ਜ਼ਿਆਦਾ ਗੱਲਬਾਤ ਕਰੀਏ, ਕਿਉਂਕਿ 2% ਆਬਾਦੀ ਹੈ ਜਿਹੜੀ ਗੰਭੀਰ ਮਾਨਸਿਕ ਰੋਗਾਂ ਤੋਂ ਪੀੜਤ ਹੈਗੀ। ਇਸ ਲਈ ਜ਼ਰੂਰੀ ਹੈ ਕਿ ਹਰ ਤਰ੍ਹਾਂ ਦੇ ਮਾਨਸਿਕ ਡਿਸਆਰਡਰਸ ਦੇ ਉੱਪਰ ਅਸੀਂ ਗੱਲਬਾਤ ਕਰੀਏ ਤੇ ਸਮਾਜ ਵਿੱਚ ਜ਼ਿਆਦਾ ਤੋਂ ਜ਼ਿਆਦਾ ਅਸੀਂ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੀਏ। ਬਹੁਤ ਬਹੁਤ ਧੰਨਵਾਦ।